ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇੱਕ ਵਾਰ ਧਰਮਰਾਜ ਨੇ ਆਪਣੇ ਇੱਕ ਦੇਵਦੂਤ ਨੂੰ ਧਰਤੀ ਉੱਤੇ ਭੇਜਿਆ। ਇੱਕ ਔਰਤ ਮਰ ਗਈ ਸੀ, ਉਸ ਦੀ ਆਤਮਾ ਨੂੰ ਲੈ ਕੇ ਆਉਣਾ ਸੀ। ਦੇਵਦੂਤ ਆਇਆ, ਪਰ ਉੱਥੋਂ ਦੀ ਸਥਿਤੀ ਨੂੰ ਦੇਖ ਕੇ ਉਹ ਦੁਵਿਧਾ ਵਿੱਚ ਪੈ ਗਿਆ। ਉਸਨੇ ਦੇਖਿਆ ਕਿ 3 ਛੋਟੀਆਂ-ਛੋਟੀਆਂ ਬੱਚੀਆਂ ਉਸ ਔਰਤ ਦੀ ਲਾਸ਼ ਦੇ ਕੋਲ ਪਈਆਂ ਹਨ ਤੇ ਇੱਕ ਅਜੇ ਵੀ ਉਸ ਮ੍ਰਿਤ ਔਰਤ ਦਾ ਦੁੱਧ ਚੁੰਘ ਰਹੀ ਹੈ। ਦੂਜੀ ਵਿਲਕ-ਵਿਲਕ ਕੇ ਰੋ ਰਹੀ ਹੈ ਤੇ ਤੀਜੀ ਰੋਂਦੇ-ਰੋਂਦੇ ਸੌਂ ਗਈ ਹੈ। ਉਸਦੇ ਹੰਝੂ ਉਹਦੀਆਂ ਅੱਖਾਂ ਦੇ ਕੋਲ ਹੀ ਸੁੱਕ ਗਏ ਹਨ। 3 ਛੋਟੀਆਂ ਜੁੜਵਾ ਬੱਚੀਆਂ। ਮਾਂ ਮਰ ਚੁੱਕੀ ਹੈ, ਪਰਿਵਾਰ ਵਿੱਚ ਹੋਰ ਕੋਈ ਹੈ ਨਹੀਂ, ਪਿਓ ਪਹਿਲਾਂ ਹੀ ਮਰ ਚੁੱਕਿਆ ਹੈ। ਇਹਨਾਂ ਦਾ ਕੀ ਹੋਵੇਗਾ? ਇਹ ਸੋਚ ਕੇ ਦੇਵਦੂਤ ਨੂੰ ਬਹੁਤ ਦੁੱਖ ਹੋਇਆ। ਇਸ ਲਈ ਉਹ ਉੱਥੋਂ ਖਾਲੀ ਹੱਥੀਂ ਵਾਪਸ ਚਲਾ ਗਿਆ ਤੇ ਧਰਮਰਾਜ ਨੂੰ ਜਾ ਕੇ ਬੋਲਿਆ ਕਿ ਮੈਂ ਉਸ ਔਰਤ ਦੀ ਆਤਮਾ ਨੂੰ ਲੈ ਕੇ ਨਹੀਂ ਆ ਸਕਿਆ, ਤੁਸੀਂ ਮੈਨੂੰ ਮਾਫ਼ ਕਰ ਦਿਓ। ਪਰ ਤੁਹਾਨੂੰ ਸਥਿਤੀ ਦਾ ਪਤਾ ਨਹੀਂ ਹੈ। ਜੇਕਰ ਮੇਰੀ ਜਗ੍ਹਾ ਤੇ ਤੁਸੀਂ ਵੀ ਹੁੰਦੇ ਤਾਂ ਸ਼ਾਇਦ ਤੁਸੀਂ ਵੀ ਇਹੀ ਕਰਦੇ ਜੋ ਮੈਂ ਕੀਤਾ ਹੈ। ਉਸ ਔਰਤ ਦੀਆਂ 3 ਛੋਟੀਆਂ-ਛੋਟੀਆਂ ਜੁੜਵਾ ਬੱਚੀਆਂ ਹਨ। ਇੱਕ ਅਜੇ ਵੀ ਉਸ ਦਾ ਦੁੱਧ ਚੁੰਘ ਰਹੀ ਸੀ, ਦੂਜੀ ਰੋਂਦੇ-ਰੋਂਦੇ ਸੌਂ ਗਈ ਸੀ ਤੇ ਤੀਜੀ ਚੀਕ-ਚੀਕ ਕੇ ਰੋ ਰਹੀ ਸੀ। ਪਰਿਵਾਰ ਵਿੱਚ ਉਹਨਾਂ ਨੂੰ ਸੰਭਾਲਣ ਵਾਲਾ ਹੋਰ ਕੋਈ ਨਹੀਂ ਹੈ। ਐਸੀ ਸਥਿਤੀ ਨੂੰ ਦੇਖ ਕੇ ਮੈਂ ਉਸ ਔਰਤ ਦੀ ਆਤਮਾ ਨੂੰ ਲੈ ਕੇ ਨਹੀਂ ਆ ਸਕਿਆ। ਕੀ ਐਸਾ ਨਹੀਂ ਹੋ ਸਕਦਾ ਕਿ ਉਸ ਔਰਤ ਨੂੰ ਥੋੜ੍ਹਾ ਸਮਾਂ ਹੋਰ ਦਿੱਤਾ ਜਾਵੇ ਤਾਂ ਕਿ ਉਹ ਬੱਚੀਆਂ ਥੋੜ੍ਹੀਆਂ ਵੱਡੀਆਂ ਹੋ ਜਾਣ? ਇਹ ਸੁਣ ਕੇ ਧਰਮਰਾਜ ਜ਼ੋਰ-ਜ਼ੋਰ ਨਾਲ ਹੱਸਿਆ ਤੇ ਬੋਲਿਆ ਕਿ ਕੀ ਤੂੰ ਉਸ ਪਰਮਾਤਮਾ ਤੋਂ ਵੀ ਜ਼ਿਆਦਾ ਸਮਝਦਾਰ ਹੈ ਜਿਸ ਦੀ ਮਰਜ਼ੀ ਨਾਲ ਇਹ ਜੀਵਨ ਤੇ ਮੌਤ ਮਿਲਦੀ ਹੈ? ਤੂੰ ਪਾਪ ਤਾਂ ਬਹੁਤ ਵੱਡਾ ਕੀਤਾ ਹੈ ਤੇ ਤੈਨੂੰ ਇਸ ਦੀ ਸਜ਼ਾ ਵੀ ਮਿਲੇਗੀ ਤੇ ਤੇਰੀ ਸਜ਼ਾ ਇਹ ਹੈ ਕਿ ਤੈਨੂੰ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤੇ ਤੂੰ ਉਦੋਂ ਤੱਕ ਉੱਥੋਂ ਵਾਪਸ ਨਹੀਂ ਆ ਸਕਦਾ ਜਦੋਂ ਤੱਕ ਤੂੰ ਆਪਣੀ ਮੂਰਖਤਾ ਉੱਤੇ 3 ਵਾਰ ਹੱਸ ਨਹੀਂ ਲੈਂਦਾ। ਦੇਵਦੂਤ ਰਾਜੀ ਹੋ ਗਿਆ ਸਜ਼ਾ ਨੂੰ ਭੋਗਣ ਦੇ ਲਈ। ਉਸ ਨੂੰ ਪੂਰਾ ਭਰੋਸਾ ਸੀ ਕਿ ਸਹੀ ਤਾਂ ਮੈਂ ਹੀ ਹਾਂ, ਫਿਰ ਹੱਸਣ ਦਾ ਮੌਕਾ ਹੀ ਕਿਉਂ ਆਵੇਗਾ। ਤੇ ਫਿਰ ਦੇਵਦੂਤ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਠੰਡ ਦਾ ਮੌਸਮ ਸੀ। ਉਹ ਇੱਕ ਸੜਕ ਦੇ ਕਿਨਾਰੇ ਨਗਨ ਅਵਸਥਾ ਵਿੱਚ ਬੈਠਾ ਸੀ ਤੇ ਫਿਰ ਉਦੋਂ ਹੀ ਉੱਥੋਂ ਇੱਕ ਚਮਿਆਰ ਗੁਜ਼ਰ ਰਿਹਾ ਸੀ। ਉਹ ਕੁਝ ਪੈਸਿਆਂ ਦਾ ਇੰਤਜ਼ਾਮ ਕਰਕੇ ਠੰਡ ਦੇ ਮੌਸਮ ਵਿੱਚ ਆਪਣੇ ਬੱਚਿਆਂ ਦੇ ਲਈ ਕੱਪੜੇ ਤੇ ਕੰਬਲ ਲੈਣ ਦੇ ਲਈ ਬਾਜ਼ਾਰ ਜਾ ਰਿਹਾ ਸੀ ਤੇ ਰਸਤੇ ਵਿੱਚ ਉਸਨੇ ਇੱਕ ਨੰਗੇ ਵਿਅਕਤੀ ਨੂੰ ਠੰਡ ਵਿੱਚ ਕੰਬਦੇ ਹੋਏ ਦੇਖਿਆ ਤਾਂ ਉਸਨੂੰ ਉਸ ਵਿਅਕਤੀ ਉੱਤੇ ਦਇਆ ਆ ਗਈ ਤੇ ਫਿਰ ਉਸਨੇ ਆਪਣੇ ਬੱਚਿਆਂ ਦੇ ਲਈ ਗਰਮ ਕੱਪੜੇ ਤੇ ਕੰਬਲ ਖਰੀਦਣ ਦੀ ਬਜਾਏ ਉਸ ਨਗਨ ਦੇਵਦੂਤ ਦੇ ਲਈ ਕੱਪੜੇ ਤੇ ਕੰਬਲ ਖਰੀਦ ਲਏ। ਉਸ ਨਗਨ ਵਿਅਕਤੀ ਨੇ ਚਮਿਆਰ ਨੂੰ ਕਿਹਾ ਕਿ ਮੇਰਾ ਕੋਈ ਵੀ ਪਰਿਵਾਰ ਨਹੀਂ ਹੈ, ਨਾ ਹੀ ਕੋਈ ਟਿਕਾਣਾ ਹੈ। ਮੈਂ ਇਸ ਭਿਆਨਕ ਠੰਡ ਦੇ ਵਿੱਚ ਕੀ ਕਰਾਂਗਾ, ਕਿੱਧਰ ਜਾਵਾਂਗਾ? ਤਾਂ ਚਮਿਆਰ ਨੇ ਕਿਹਾ, ਤੂੰ ਚਿੰਤਾ ਨਾ ਕਰ, ਤੂੰ ਮੇਰੇ ਨਾਲ ਮੇਰੇ ਘਰ ਚੱਲ, ਪਰ ਧਿਆਨ ਰੱਖੀ ਮੈਂ ਆਪਣੀ ਪਤਨੀ ਤੇ ਬੱਚਿਆਂ ਦੇ ਕੱਪੜਿਆਂ ਦੇ ਲਈ ਜੋ ਪੈਸੇ ਲੈ ਕੇ ਆਇਆ ਸੀ ਉਸ ਦੇ ਨਾਲ ਮੈਂ ਤੇਰੇ ਲਈ ਕੰਬਲ ਤੇ ਕੱਪੜੇ ਖਰੀਦ ਲਏ ਹਨ ਤੇ ਹੁਣ ਮੈਂ ਤੈਨੂੰ ਆਪਣੇ ਘਰ ਵੀ ਲੈ ਕੇ ਜਾ ਰਿਹਾ ਹਾਂ। ਇਸ ਲਈ ਮੇਰੀ ਪਤਨੀ ਗੁੱਸਾ ਜ਼ਰੂਰ ਹੋਵੇਗੀ ਤੇ ਸ਼ਾਇਦ ਤੈਨੂੰ ਬੁਰਾ ਭਲਾ ਵੀ ਕਹੇ, ਪਰ ਤੂੰ ਪਰੇਸ਼ਾਨ ਨਾ ਹੋਵੀਂ, ਕੁਝ ਦਿਨਾਂ ਦੇ ਵਿੱਚ ਸਭ ਕੁਝ ਹੀ ਠੀਕ ਹੋ ਜਾਵੇਗਾ। ਉਸ ਦੇਵਦੂਤ ਨੂੰ ਲੈ ਕੇ ਚਮਿਆਰ ਘਰ ਚਲਾ ਗਿਆ। ਹੁਣ ਨਾ ਤਾਂ ਚਮਿਆਰ ਨੂੰ ਪਤਾ ਸੀ ਕਿ ਉਹ ਜਿਸ ਨੂੰ ਲੈ ਕੇ ਜਾ ਰਿਹਾ ਹੈ ਉਹ ਦੇਵਦੂਤ ਹੈ ਤੇ ਨਾ ਹੀ ਉਸ ਦੀ ਪਤਨੀ ਨੂੰ ਪਤਾ ਸੀ ਕਿ ਜੋ ਆਇਆ ਹੈ ਉਹ ਦੇਵਦੂਤ ਹੈ, ਜਿਹਦੇ ਆਉਂਦੇ ਹੀ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ। ਤੇ ਫਿਰ ਜਿਵੇਂ ਹੀ ਚਮਿਆਰ ਦੇਵਦੂਤ ਨੂੰ ਲੈ ਕੇ ਘਰ ਪਹੁੰਚਿਆ ਤਾਂ ਪਤਨੀ ਨੂੰ ਸਾਰੀ ਘਟਨਾ ਦੱਸੀ ਤਾਂ ਉਹ ਗੁੱਸੇ ਨਾਲ ਲਾਲ ਪੀਲੀ ਹੋ ਗਈ ਤੇ ਚਮਿਆਰ ਨੂੰ ਬੁਰਾ ਭਲਾ ਬੋਲਣ ਲੱਗੀ। ਉਸ ਦਿਨ ਦੇਵਦੂਤ ਪਹਿਲੀ ਵਾਰੀ ਹੱਸਿਆ। ਚਮਿਆਰ ਨੇ ਪੁੱਛਿਆ ਕਿ ਕੀ ਗੱਲ ਹੈ, ਤੂੰ ਹੱਸ ਕਿਉਂ ਰਿਹਾ ਹੈ? ਤਾਂ ਦੇਵਦੂਤ ਨੇ ਕਿਹਾ ਕਿ ਜਦੋਂ ਮੈਂ 3 ਵਾਰ ਹੱਸ ਲਵਾਂਗਾ ਤਾਂ ਹੱਸਣ ਦਾ ਕਾਰਨ ਵੀ ਦੱਸ ਦੇਵਾਂਗਾ। ਦੇਵਦੂਤ ਪਹਿਲੀ ਵਾਰੀ ਹੱਸਿਆ ਕਿਉਂਕਿ ਉਸ ਨੂੰ ਲੱਗਿਆ ਕਿ ਚਮਿਆਰ ਦੀ ਪਤਨੀ ਇਹ ਨਹੀਂ ਦੇਖ ਪਾ ਰਹੀ ਕਿ ਘਰ ਦੇ ਵਿੱਚ ਦੇਵਦੂਤ ਆਇਆ ਹੈ, ਜਿਹਦੇ ਆਉਣ ਦੇ ਨਾਲ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ। ਪਰ ਉਸ ਦੀ ਪਤਨੀ ਦੀ ਗਲਤੀ ਨਹੀਂ ਸੀ। ਇਨਸਾਨ ਦੇਖ ਹੀ ਕਿੰਨੀ ਦੂਰ ਤੱਕ ਸਕਦਾ ਹੈ। ਉਹ ਤਾਂ ਬਸ ਇੰਨਾ ਕੁ ਹੀ ਦੇਖ ਪਾ ਰਹੀ ਸੀ ਕਿ ਬੱਚਿਆਂ ਦੇ ਕੱਪੜੇ ਤੇ ਕੰਬਲ ਚਲੇ ਗਏ ਹਨ। ਜੋ ਖੋ ਗਿਆ ਹੈ ਉਸ ਨੂੰ ਉਹ ਦੇਖ ਪਾ ਰਹੀ ਸੀ, ਪਰ ਜੋ ਮਿਲਿਆ ਹੈ ਉਸ ਨੂੰ ਉਹ ਦੇਖ ਨਹੀਂ ਪਾ ਰਹੀ ਸੀ। ਤਾਂ ਦੇਵਦੂਤ ਨੂੰ ਇਹ ਮੂਰਖਤਾ ਲੱਗੀ ਕਿ ਇਹ ਔਰਤ ਵੀ ਇਹ ਨਹੀਂ ਦੇਖ ਪਾ ਰਹੀ ਕਿ ਕੀ ਘਟ ਰਿਹਾ ਹੈ। ਹੁਣ ਕਿਉਂਕਿ ਉਹ ਦੇਵਦੂਤ ਸੀ ਇਸ ਲਈ ਉਸਨੇ ਸਿਰਫ 1 ਹਫ਼ਤੇ ਦੇ ਵਿੱਚ ਹੀ ਚਮਿਆਰ ਦਾ ਸਾਰਾ ਕੰਮ ਸਿੱਖ ਲਿਆ। ਉਹ ਜੁੱਤੀਆਂ ਬਣਾਉਣ ਲੱਗਾ ਤੇ ਫਿਰ ਕੁਝ ਕੁ ਮਹੀਨਿਆਂ ਵਿੱਚ ਹੀ ਉਹਦੀਆਂ ਜੁੱਤੀਆਂ ਇੰਨੀਆਂ ਵਿਕੀਆਂ ਕਿ ਚਮਿਆਰ ਅਮੀਰ ਹੋ ਗਿਆ ਤੇ ਸਾਲ ਦੇ ਵਿੱਚ ਸਾਰੇ ਦੇਸ਼ ਵਿੱਚ ਇਹ ਗੱਲ ਫੈਲ ਗਈ ਕਿ ਉਹਦੇ ਵਰਗੀਆਂ ਜੁੱਤੀਆਂ ਹੋਰ ਕੋਈ ਨਹੀਂ ਬਣਾ ਸਕਦਾ। ਤੇ ਫਿਰ ਰਾਜੇ ਮਹਾਰਾਜਿਆਂ ਦੀਆਂ ਜੁੱਤੀਆਂ ਵੀ ਉਸਦੇ ਕੋਲੋਂ ਬਣ ਕੇ ਜਾਣ ਲੱਗੀਆਂ। ਚਮਿਆਰ ਦੇ ਘਰ ਵਿੱਚ ਨੋਟਾਂ ਦੀ ਬਾਰਿਸ਼ ਹੋ ਗਈ। ਸਾਰਾ ਪਰਿਵਾਰ ਹੁਣ ਬਹੁਤ ਖੁਸ਼ ਸੀ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਤੇ ਇੱਕ ਦਿਨ ਸਮਰਾਟ ਦਾ ਇੱਕ ਆਦਮੀ ਆਇਆ ਤੇ ਬੋਲਿਆ ਕਿ ਚਮੜਾ ਬਹੁਤ ਕੀਮਤੀ ਹੈ, ਆਸਾਨੀ ਦੇ ਨਾਲ ਨਹੀਂ ਮਿਲਦਾ, ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ। ਸਮਰਾਟ ਦੇ ਲਈ ਜੁੱਤੀ ਬਣਾਉਣੀ ਹੈ ਤੇ ਠੀਕ ਇਸ ਤਰ੍ਹਾਂ ਦੀ ਬਣਾਉਣੀ ਹੈ, ਪਰ ਧਿਆਨ ਰੱਖੀ ਜੁੱਤੀ ਹੀ ਬਣਾਉਣੀ ਹੈ, ਕਿਤੇ ਚੱਪਲਾਂ ਨਾ ਬਣਾ ਦੇਵੀਂ। ਤੇ ਉਸ ਰਾਜ ਵਿੱਚ ਇੱਕ ਪ੍ਰਥਾ ਸੀ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਚਮੜੇ ਦੀਆਂ ਚੱਪਲਾਂ ਪਹਿਨਾ ਕੇ ਚਿਤਾ ਉੱਤੇ ਲਿਟਾਇਆ ਜਾਂਦਾ ਸੀ।
ਤਾਂ ਚਮਿਆਰ ਨੇ ਵੀ ਦੇਵਦੂਤ ਨੂੰ ਕਿਹਾ ਕਿ ਕਿਤੇ ਚੱਪਲਾਂ ਨਾ ਬਣਾ ਦੇਵੀਂ, ਜੁੱਤੀ ਹੀ ਬਣਾਉਣੀ ਹੈ। ਸਮਰਾਟ ਨੇ ਸਪੈਸ਼ਲੀ ਇਹ ਕੰਮ ਸਾਨੂੰ ਦਿੱਤਾ ਹੈ ਤੇ ਚਮੜਾ ਵੀ ਸਿਰਫ ਇੰਨਾ ਹੀ ਹੈ, ਇਸ ਕਰਕੇ ਕੋਈ ਗਲਤੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਅਸੀਂ ਕਿਸੇ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਾਂ, ਕਿਉਂਕਿ ਇਹ ਸਮਰਾਟ ਦਾ ਕੰਮ ਹੈ। ਪਰ ਇੰਨਾ ਸਮਝਾਉਣ ਦੇ ਬਾਵਜੂਦ ਵੀ ਦੇਵਦੂਤ ਨੇ ਉਸ ਚਮੜੇ ਦੇ ਨਾਲ ਚੱਪਲਾਂ ਹੀ ਬਣਾਈਆਂ। ਤੇ ਜਦੋਂ ਚਮਿਆਰ ਨੇ ਦੇਖਿਆ ਕਿ ਦੇਵਦੂਤ ਨੇ ਜੁੱਤੀ ਦੀ ਜਗ੍ਹਾ ਤੇ ਚੱਪਲਾਂ ਬਣਾ ਦਿੱਤੀਆਂ ਹਨ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ। ਉਹ ਗੁੱਸੇ ਵਿੱਚ ਇੰਨਾ ਪਾਗਲ ਹੋ ਗਿਆ ਕਿ ਉਸਨੇ ਡੰਡਾ ਚੱਕਿਆ ਤੇ ਦੇਵਦੂਤ ਨੂੰ ਮਾਰਨ ਦੇ ਲਈ ਦੌੜਿਆ। ਉਸਨੇ ਕਿਹਾ ਕਿ ਮੈਂ ਤੈਨੂੰ ਬਾਰ-ਬਾਰ ਸਮਝਾਇਆ ਸੀ ਕਿ ਜੁੱਤੀ ਹੀ ਬਣਾਉਣੀ ਹੈ, ਚੱਪਲਾਂ ਨਹੀਂ ਬਣਾਉਣੀਆਂ, ਪਰ ਤੂੰ ਚੱਪਲਾਂ ਬਣਾ ਦਿੱਤੀਆਂ, ਮੇਰੀ ਇੱਕ ਨਹੀਂ ਸੁਣੀ। ਹੁਣ ਸਮਰਾਟ ਸਾਨੂੰ ਛੱਡੇਗਾ ਨਹੀਂ, ਤੂੰ ਤਾਂ ਮਰੇਂਗਾ ਹੀ, ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੀ ਲੈ ਡੁੱਬੇਗਾ। ਇਹ ਸੁਣ ਕੇ ਦੇਵਦੂਤ ਖਿਲਖਿਲਾ ਕੇ ਹੱਸ ਪਿਆ। ਇੰਨੇ ਵਿੱਚ ਭੱਜਦਾ ਸਮਰਾਟ ਦਾ ਨੌਕਰ ਆਇਆ ਤੇ ਚਮਿਆਰ ਨੂੰ ਬੋਲਿਆ ਕਿ ਜੁੱਤੀ ਨਾ ਬਣਾਵੀਂ, ਚੱਪਲਾਂ ਹੀ ਬਣਾਵੀਂ, ਕਿਉਂਕਿ ਸਮਰਾਟ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਚਮਿਆਰ ਦੇ ਹੱਥੋਂ ਡੰਡਾ ਛੁੱਟ ਗਿਆ ਤੇ ਉਹ ਦੇਵਦੂਤ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਬੋਲਿਆ ਕਿ ਮੈਨੂੰ ਮਾਫ਼ ਕਰੀ, ਮੈਂ ਤੇਰੇ ਉੱਤੇ ਹੱਥ ਚੁੱਕਿਆ, ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ। ਪਰ ਦੇਵਦੂਤ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਆਪਣੀ ਸਜ਼ਾ ਭੁਗਤ ਰਿਹਾ ਹਾਂ। ਤਾਂ ਚਮਿਆਰ ਨੇ ਕਿਹਾ ਕਿ ਕਿਹੜੀ ਸਜ਼ਾ, ਤੇ ਤੂੰ ਹੱਸ ਕਿਉਂ ਰਿਹਾ ਏ? ਤਾਂ ਦੇਵਦੂਤ ਨੇ ਕਿਹਾ ਕਿ ਜਦੋਂ ਮੈਂ 3 ਵਾਰ ਹੱਸ ਲਵਾਂਗਾ ਤਾਂ ਤੈਨੂੰ ਸਭ ਕੁਝ ਦੱਸ ਦੇਵਾਂਗਾ। ਭਵਿੱਖ ਅਗਿਆਤ ਹੈ ਤੇ ਸਿਵਾਏ ਉਸ ਪ੍ਰਮਾਤਮਾ ਦੇ ਕਿਸੇ ਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ, ਤੇ ਇਨਸਾਨ ਤਾਂ ਵੈਸੇ ਹੀ ਆਪਣੇ ਅਤੀਤ ਦੇ ਅਨੁਭਵਾਂ ਦੇ ਅਨੁਸਾਰ ਹੀ ਫੈਸਲੇ ਲੈਂਦਾ ਹੈ। ਸਮਰਾਟ ਜਿਉਂਦਾ ਸੀ ਤਾਂ ਜੁੱਤੀ ਚਾਹੀਦੀ ਸੀ ਤੇ ਹੁਣ ਮਰ ਗਿਆ ਹੈ ਤਾਂ ਚੱਪਲਾਂ ਚਾਹੀਦੀਆਂ ਹਨ। ਦੇਵਦੂਤ ਦੁਬਾਰਾ ਹੱਸਿਆ, ਇਹ ਸੋਚ ਕੇ ਕਿ ਭਵਿੱਖ ਦਾ ਤਾਂ ਸਾਨੂੰ ਪਤਾ ਨਹੀਂ, ਅਸੀਂ ਛਾਵਾਂ ਕਰਦੇ ਰਹਿੰਦੇ ਹਾਂ, ਅਨੁਮਾਨ ਲਗਾਉਂਦੇ ਰਹਿੰਦੇ ਹਾਂ ਜੋ ਕਿ ਪੂਰੀ ਤਰ੍ਹਾਂ ਵਿਅਰਥ ਹਨ, ਤੇ ਅਸੀਂ ਸੋਚਦੇ ਹਾਂ ਕਿ ਇਹ ਘਟੇਗਾ, ਪਰ ਉਹ ਕਦੇ ਨਹੀਂ ਘਟਦਾ, ਕਿਉਂਕਿ ਕੁਝ ਹੋਰ ਹੀ ਘਟਨਾ ਤੈਅ ਹੁੰਦਾ ਹੈ। ਸਾਡੀ ਨੀਅਤੀ ਸਾਨੂੰ ਬਿਨਾਂ ਪੁੱਛੇ ਚੱਲਦੀ ਹੈ, ਪਰ ਅਸੀਂ ਬੇਵਜ੍ਹਾ ਹੀ ਰੌਲਾ ਪਾਉਂਦੇ ਰਹਿੰਦੇ ਹਾਂ। ਚਾਹੀਦੀਆਂ ਚੱਪਲਾਂ ਹਨ ਤੇ ਜੁੱਤੀਆਂ ਬਣਾਉਂਦੇ ਰਹਿੰਦੇ ਹਾਂ। ਮਰਨ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਪਰ ਅਸੀਂ ਜ਼ਿੰਦਗੀ ਦੀ ਚਾਹਨਾ ਵਿੱਚ ਭਵਿੱਖ ਦੇ ਲਈ ਸੁਪਨੇ ਸਜਾਉਂਦੇ ਰਹਿੰਦੇ ਹਾਂ। ਤਾਂ ਦੇਵਦੂਤ ਨੂੰ ਲੱਗਿਆ ਕਿ ਮੈਨੂੰ ਕੀ ਪਤਾ ਉਹਨਾਂ ਲੜਕੀਆਂ ਦਾ ਭਵਿੱਖ ਕੀ ਹੋਵੇਗਾ, ਮੈਂ ਬੇਵਜ੍ਹਾ ਹੀ ਇਸ ਝਮੇਲੇ ਵਿੱਚ ਪੈ ਗਿਆ। ਤੇ ਇਹੀ ਸਭ ਸੋਚ ਕੇ ਆਪਣੀ ਮੂਰਖਤਾ ਉੱਤੇ ਦੇਵਦੂਤ ਦੂਜੀ ਵਾਰ ਖਿਲਖਿਲਾ ਕੇ ਹੱਸਿਆ। ਇਸੇ ਤਰ੍ਹਾਂ ਕਈ ਸਾਲਾਂ ਬਾਅਦ ਇੱਕ ਤੀਜੀ ਘਟਨਾ ਹੋਈ। ਦੇਵਦੂਤ ਚਮਿਆਰ ਦੀ ਦੁਕਾਨ ਤੇ ਬੈਠਾ ਜੁੱਤੀਆਂ ਬਣਾ ਰਿਹਾ ਸੀ। ਉਦੋਂ ਹੀ ਉੱਥੇ 3 ਜਵਾਨ ਲੜਕੀਆਂ ਇੱਕ ਬੁੱਢੀ ਔਰਤ ਦੇ ਨਾਲ ਆਈਆਂ। ਉਹਨਾਂ ਤਿੰਨਾਂ ਦਾ ਵਿਆਹ ਹੋਣ ਵਾਲਾ ਸੀ ਤੇ ਉਹ ਆਪਣੀਆਂ ਜੁੱਤੀਆਂ ਦਾ ਨਾਪ ਦੇਣ ਵਾਸਤੇ ਆਈਆਂ ਸਨ। ਤੇ ਦੇਵਦੂਤ ਉਹਨਾਂ ਤਿੰਨਾਂ ਲੜਕੀਆਂ ਨੂੰ ਦੇਖਦੇ ਹੀ ਪਹਿਚਾਣ ਗਿਆ ਕਿ ਇਹ ਉਹੀ 3 ਲੜਕੀਆਂ ਹਨ ਜਿਨ੍ਹਾਂ ਨੂੰ ਉਹ ਉਸ ਮ੍ਰਿਤ ਔਰਤ ਦੇ ਕੋਲ ਛੱਡ ਕੇ ਆ ਗਿਆ ਸੀ ਤੇ ਜਿਨ੍ਹਾਂ ਦੇ ਕਾਰਨ ਅੱਜ ਉਹ ਇਹ ਸਜ਼ਾ ਭੁਗਤ ਰਿਹਾ ਹੈ। ਤੇ ਉਹ ਤਿੰਨੋਂ ਲੜਕੀਆਂ ਬਹੁਤ ਹੀ ਸਵਸਥ ਤੇ ਸੁੰਦਰ ਸੀ। ਉਹਨਾਂ ਨੂੰ ਦੇਖਣ ਤੋਂ ਲੱਗਦਾ ਸੀ ਕਿ ਜਿਵੇਂ ਉਹਨਾਂ ਤਿੰਨਾਂ ਦਾ ਕਿਸੇ ਵੱਡੇ ਪਰਿਵਾਰ ਦੇ ਵਿੱਚ ਪਾਲਣ ਪੋਸ਼ਣ ਹੋਇਆ ਹੋਵੇ। ਦੇਵਦੂਤ ਨੇ ਉਸ ਬੁੱਢੀ ਔਰਤ ਤੋਂ ਪੁੱਛਿਆ ਕਿ 3 ਲੜਕੀਆਂ ਕੌਣ ਹਨ? ਤਾਂ ਬੁੱਢੀ ਔਰਤ ਨੇ ਜਵਾਬ ਦਿੱਤਾ ਕਿ ਮੇਰੀ ਗੁਆਂਢਣ ਦੀਆਂ ਲੜਕੀਆਂ ਹਨ। ਬਚਪਨ ਵਿੱਚ ਹੀ ਇਹਨਾਂ ਦੀ ਮਾਂ ਮਰ ਗਈ ਸੀ, ਵਿਚਾਰੀ ਬਹੁਤ ਗਰੀਬ ਸੀ, ਉਸਦੇ ਕੋਲ ਖਾਣ ਪੀਣ ਦੇ ਲਈ ਕੁਝ ਵੀ ਨਹੀਂ ਸੀ ਤੇ ਉਹ ਤਾਂ ਇਹਨਾਂ ਨੂੰ ਦੁੱਧ ਪਿਲਾਉਂਦੇ ਹੀ ਮਰ ਗਈ ਸੀ ਤੇ ਮੇਰੀ ਕੋਈ ਵੀ ਔਲਾਦ ਨਹੀਂ ਸੀ, ਇਸ ਲਈ ਮੈਂ ਇਹਨਾਂ ਤਿੰਨਾਂ ਨੂੰ ਆਪਣੇ ਬੱਚਿਆਂ ਦੇ ਰੂਪ ਵਿੱਚ ਅਪਣਾ ਲਿਆ ਸੀ ਤੇ ਹੁਣ ਇਹਨਾਂ ਦਾ ਸਮਰਾਟ ਦੇ ਖਾਨਦਾਨ ਵਿੱਚ ਵਿਆਹ ਹੋਣ ਜਾ ਰਿਹਾ ਹੈ। ਦੇਵਦੂਤ ਨੇ ਸੋਚਿਆ ਕਿ ਜੇਕਰ ਇਹਨਾਂ ਦੀ ਮਾਂ ਜਿਉਂਦੀ ਹੁੰਦੀ ਤਾਂ ਇਹ ਤਿੰਨੋਂ ਬੱਚੀਆਂ ਭਿਆਨਕ ਗਰੀਬੀ, ਭੁੱਖਮਰੀ ਤੇ ਦਲਿੱਦਰਤਾ ਵਿੱਚ ਵੱਡੀਆਂ ਹੁੰਦੀਆਂ, ਪਰ ਕਿਉਂਕਿ ਮਾਂ ਮਰ ਗਈ ਇਸ ਲਈ ਇਹਨਾਂ ਦਾ ਪਾਲਣ ਪੋਸ਼ਣ ਇੰਨੇ ਵੱਡੇ ਤੇ ਅਮੀਰ ਪਰਿਵਾਰ ਦੇ ਵਿੱਚ ਹੋਇਆ ਹੈ ਤੇ ਹੁਣ ਇਸ ਬੁੱਢੀ ਔਰਤ ਦੀ ਜ਼ਮੀਨ ਜਾਇਦਾਦ ਦੀਆਂ ਇਹ ਤਿੰਨੋਂ ਲੜਕੀਆਂ ਹੀ ਵਾਰਿਸ ਹਨ। ਦੇਵਦੂਤ ਉਸ ਦਿਨ ਆਪਣੀ ਮੂਰਖਤਾ ਉੱਤੇ ਤੀਜੀ ਵਾਰ ਹੱਸਿਆ। ਉਸਨੇ ਉਹਨਾਂ ਤਿੰਨਾਂ ਲੜਕੀਆਂ ਦੇ ਲਈ ਹੁਣ ਤੱਕ ਦੀਆਂ ਸਭ ਤੋਂ ਸ਼ਾਨਦਾਰ ਜੁੱਤੀਆਂ ਬਣਾਈਆਂ ਤੇ ਫਿਰ ਜਾ ਕੇ ਚਮਿਆਰ ਨੂੰ ਆਪਣੀ ਸਾਰੀ ਕਹਾਣੀ ਦੱਸੀ ਕਿ ਇਹ 3 ਕਾਰਨ ਸਨ ਮੇਰੇ ਹੱਸਣ ਦੇ। ਮੇਰੀ ਗਲਤੀ ਸੀ ਜਿਸ ਦੇ ਕਾਰਨ ਮੈਨੂੰ ਸਜ਼ਾ ਮਿਲੀ ਤੇ ਹੁਣ ਮੈਂ ਸਮਝ ਗਿਆ ਹਾਂ ਕਿ ਵਿਧੀ ਹੀ ਸਭ ਤੋਂ ਵੱਡੀ ਹੈ, ਵਿਧੀ ਦਾ ਵਿਧਾਨ ਹੀ ਸਭ ਤੋਂ ਵੱਡਾ ਹੈ। ਅਸੀਂ ਸਿਰਫ ਓਨਾ ਹੀ ਦੇਖ ਪਾਉਂਦੇ ਹਾਂ ਜਿੰਨਾ ਅਸੀਂ ਦੇਖ ਸਕਦੇ ਹਾਂ, ਤੇ ਜੋ ਅਸੀਂ ਨਹੀਂ ਦੇਖ ਸਕਦੇ ਉਹ ਬਹੁਤ ਵੱਡਾ ਤੇ ਵਿਸ਼ਾਲ ਹੈ, ਤੇ ਜੋ ਅਸੀਂ ਦੇਖ ਸਕਦੇ ਹਾਂ ਉਸ ਤੋਂ ਅਸੀਂ ਇਸ ਗੱਲ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕੀ ਘਟਣ ਵਾਲਾ ਹੈ। ਤੇ ਮੈਂ ਆਪਣੀ ਮੂਰਖਤਾ ਉੱਤੇ 3 ਵਾਰ ਹੱਸ ਚੁੱਕਿਆ ਹਾਂ, ਇਸ ਲਈ ਮੇਰਾ ਦੰਡ ਪੂਰਾ ਹੋਇਆ, ਹੁਣ ਮੈਂ ਚੱਲਦਾ ਹਾਂ। ਤੇ ਇੰਨਾ ਕਹਿ ਕੇ ਦੇਵਦੂਤ ਉੱਥੋਂ ਚਲਾ ਗਿਆ। ਦੋਸਤੋ, ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਅੱਜ ਘਟੀਆਂ ਹੋਈਆਂ ਘਟਨਾਵਾਂ ਨੂੰ ਦੇਖ ਕੇ ਅਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਘਟਨਾ ਸਾਡੇ ਲਈ ਚੰਗੀ ਹੈ ਜਾਂ ਬੁਰੀ ਹੈ। ਇਸ ਦਾ ਉੱਤਰ ਤਾਂ ਵਕਤ ਦੀ ਗੋਦ ਵਿੱਚ ਹੀ ਛੁਪਿਆ ਹੋਇਆ ਹੈ। ਇਸ ਲਈ ਹਰ ਘਟਨਾ ਉੱਤੇ ਚੰਗੀ ਤੇ ਬੁਰੀ ਪ੍ਰਤੀਕਿਰਿਆ ਦੇਣਾ ਵਿਅਰਥ ਹੈ। ਸਾਨੂੰ ਬਸ ਜੋ ਹੋ ਰਿਹਾ ਹੈ ਉਹਦਾ ਸਾਖੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੌਤਮ ਬੁੱਧ ਵੀ ਆਪਣੇ ਉਪਦੇਸ਼ਾਂ ਵਿੱਚ ਇਹੀ ਕਹਿੰਦੇ ਸਨ ਕਿ ਨਾ ਤਾਂ ਆਪਣੇ ਅਤੀਤ ਦੇ ਲਈ ਪਛਤਾਪ ਕਰੋ ਤੇ ਨਾ ਹੀ ਭਵਿੱਖ ਦੀ ਚਿੰਤਾ ਕਰੋ, ਬਸ ਅੱਜ ਵਿੱਚ ਜੀਓ ਤੇ ਇਹਦੇ ਵਿੱਚ ਹੀ ਇੱਕ ਹੋ ਜਾਓ। ਬਸ ਇਹੀ ਇੱਕ ਮਾਤਰ ਤਰੀਕਾ ਹੈ
ਖੁਦ ਨੂੰ ਉਹਨਾਂ ਸਭ ਚਿੰਤਾਵਾਂ ਤੋਂ ਮੁਕਤ ਰੱਖਣ ਦਾ ਜਿਨ੍ਹਾਂ ਦਾ परिणाम ਤੁਹਾਡੇ ਹੱਥ ਵਿੱਚ ਹੈ ਹੀ ਨਹੀਂ। सो दोस्तों, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।